ਹੈਲੋ ਸਟੂਡੈਂਟਸ, ਵੈਲਕਮ ਬੈਕ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ। ਅੱਜ ਜਿਹੜੀ ਆਪਾਂ ਕਲਾਸ ਕਰਨ ਜਾ ਰਹੇ ਹਾਂ, ਤੁਹਾਨੂੰ ਮੈਂ ਕਿਹਾ ਸੀ ਵੀ ਆਪਾਂ ਪੰਜਾਬ ਦਾ ਇਤਿਹਾਸ ਸੀਰੀਜ਼ ਸ਼ੁਰੂ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਫਸਟ ਕਲਾਸ ਆਪਾਂ ਕਰਨੀ ਸੀ ਉਹ ਆਪਾਂ ਕੱਲ ਕਰ ਚੁੱਕੇ ਹਾਂ। ਲਾਸਟ ਕਲਾਸ ਆਪਾਂ ਤੁਸੀਂ ਦੇਖ ਸਕਦੇ ਹੋ। ਅੱਜ ਜਿਹੜੀ ਸੈਕਿੰਡ ਕਲਾਸ ਹੈ ਤਾਂ ਇਹਦੇ ਵਿੱਚ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਰਾਂਗੇ ਗੱਲ ਆਪਾਂ। ਤਾਂ ਇਹ ਆਪਣੀ ਸੈਕਿੰਡ ਕਲਾਸ ਹੈ। ਇਹਦੇ ਵਿੱਚ ਆਪਾਂ ਕਾफ़ी इंपॉर्टेंट क्वेश्चन ਜਿਹੜੇ ਗੁਰੂ ਨਾਨਕ ਦੇਵ ਜੀ ਬਾਰੇ ਹੈ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਤੇ ਦੇਖਦੇ ਹਾਂ ਫਸਟ ਕੁਐਸਚਨ, ਦੇਖਦੇ ਹਾਂ ਕੀ ਕਹਿੰਦੇ ਆ ਇਹਦੇ ਵਿੱਚ। ਫਸਟ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ, ਗੁਰੂ ਨਾਨਕ ਦੇਵ ਜੀ ਦਾ ਜਨਮ ਸਾਲ ਹੈ ਕਿਹੜਾ ਸਾਲ ਹੈ ਜਨਮ। ਤਾਂ ਬਹੁਤ ਸਾਰੇ ਮਤਲਬ ਜਿਹੜੇ ਫਿਲੋਸਫਰ ਹੋਏ ਨੇਗੇ, ਇਤਿਹਾਸਕਾਰ ਹੋਏ ਨੇ, ਉਹਨਾਂ ਦਾ ਠੀਕ ਹੈ ਉਹਨਾਂ ਦੀ ਇੱਕ ਪਰਟੀਕੂਲਰ ਤਰੀਕ ਨੂੰ ਲੈ ਕੇ ਜਿਹੜਾ ਮਤ ਹੈਗਾ ਉਹ ਅਲੱਗ-ਅਲੱਗ ਹੈਗਾ। ਠੀਕ ਹੈ, ਪਰ ਸਾਲ ਤਾਂ ਲਗਭਗ ਸੇਮ ਹੈਗਾ ਸਾਰਿਆਂ ਦਾ। ਠੀਕ ਹੈ, ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਲ ਹੈਗਾ ਜਨਮ ਦਾ ਉਹ ਮੰਨਿਆ ਜਾਂਦਾ ਹੈ 1469, 69 ਜਿਹੜਾ ਸਾਲ ਮੰਨਿਆ ਜਾਂਦਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਉਹ ਹੈਗਾ ਜੀ 1469। ਇਸ ਕਰਕੇ ਇਹਦਾ ਫਸਟ ਦਾ ਕੀ ਆਂਸਰ ਆ ਤੁਹਾਡਾ ਆ ਜਾਊਗਾ, ਹੋ ਜਾਊਗਾ 1469। ਠੀਕ ਹੈ ਜੀ, ਅਗਲਾ ਕੁਐਸਚਨ ਦੇਖਦੇ ਹਾਂ ਕੀ ਕਹਿੰਦੇ। ਸੈਕਿੰਡ ਕੁਐਸਚਨ ਦੇਖੋ, ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਪਿੰਡ ਦੇ ਵਿੱਚ ਹੋਇਆ ਸੀਗਾ। ਤਾਂ ਕਿਸ ਪਿੰਡ ਦੇ ਵਿੱਚ ਹੋਇਆ ਸੀਗਾ ਤੁਹਾਨੂੰ ਪਤਾ ਹੈ, ਤਲਵੰਡੀ ਸਾਬੋ। ਠੀਕ ਹੈ, ਤਲਵੰਡੀ ਭਾਈ ਕੀ, ਤਲਵੰਡੀ ਰਾਏਪੋਈ ਜਾਂ ਤਲਵੰਡੀ। ਠੀਕ ਹੈ, ਤਾਂ ਇਹਦਾ ਆਂਸਰ ਕੀ ਆ ਜਾਊਗਾ ਸਹੀ ਸਾਡਾ, ਇਹਦਾ ਆਂਸਰ ਆ ਜਾਊਗਾ ਸਾਡਾ ਜੀ 3 ਆਂਸਰ। ਠੀਕ ਹੈ ਜੀ, ਰਾਏਪੋਈ ਕੀ ਤਲਵੰਡੀ ਜਾਂ ਤਲਵੰਡੀ ਰਾਏਪੋਈ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੋਇਆ ਸੀਗਾ ਉਹ 1469 ਦੇ ਵਿੱਚ ਹੋਇਆ ਸੀਗਾ। ਤਾਂ ਸੈਕਿੰਡ ਦਾ ਜਿਹੜਾ ਸਾਡਾ ਆਂਸਰ ਬਣ ਜਾਊਗਾ, ਕੀ ਬਣ ਜਾਊਗਾ ਸਾਡਾ ਥਰਡ ਆਂਸਰ ਬਣ ਜਾਊਗਾ। ਠੀਕ ਹੈ, ਅੱਗੇ ਦੇਖਦੇ ਹਾਂ ਜੀ ਥਰਡ ਨੰਬਰ ਕੁਐਸਚਨ, ਦੇਖਦੇ ਹਾਂ ਕੀ ਕਹਿੰਦਾ ਹੈ। ਕਹਿੰਦਾ ਨਨਕਾਣਾ ਸਾਹਿਬ ਪਾਕਿਸਤਾਨ ਦੇ ਕਿਸ ਜ਼ਿਲ੍ਹੇ ਦੇ ਵਿੱਚ ਹੈ। ਨਨਕਾਣਾ ਸਾਹਿਬ ਪਾਕਿਸਤਾਨ ਦੇ ਕਿਸ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਲਾਹੌਰ ਦੇ ਵਿੱਚ ਪੈਂਦਾ, ਨਹੀਂ ਲਾਹੌਰ ਦੇ ਵਿੱਚ ਨਹੀਂ ਪੈਂਦਾ ਹੈਗਾ ਇਹ। ਠੀਕ ਹੈ, ਸਿਆਲਕੋਟ 'ਚ ਵੀ ਨਹੀਂ ਪੈਂਦਾ ਇਹ, ਗੁਜਰਾਂਵਾਲਾ ਵਿੱਚ ਵੀ ਨਹੀਂ ਪੈਂਦਾ, ਇਹ ਪੈਂਦਾ ਜੀ ਸ਼ੇਖੂਪੁਰਾ ਦੇ ਵਿੱਚ। ਠੀਕ ਹੈ ਜੀ, ਸ਼ੇਖੂਪੁਰਾ ਜ਼ਿਲ੍ਹਾ ਇੱਕ, ਠੀਕ ਹੈ ਜੀ, ਸ਼ੇਖੂਪੁਰਾ ਦੇ ਵਿੱਚ ਪੈਂਦਾ ਇਹ। ਤਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਵਿੱਚ ਪੈਂਦਾ, ਜਿੱਥੇ ਬਾਬੇ ਨਾਨਕ ਦਾ ਕੀ ਹੋਇਆ ਸੀਗਾ ਜਨਮ ਹੋਇਆ ਸੀ। ਠੀਕ ਹੈ ਜੀ, ਚਲੋ ਅੱਗੇ ਦੇਖਦੇ ਹਾਂ 4 ਨੰਬਰ ਕੁਐਸਚਨ, ਦੇਖੋ ਕੀ ਕਹਿੰਦਾ ਹੈਗਾ। ਭਾਈ ਬਾਲੇ ਦੀ ਜਨਮ ਸਾਖੀ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਦੇਸੀ ਮਹੀਨੇ ਦੇ ਵਿੱਚ ਹੋਇਆ ਸੀ। ਠੀਕ ਹੈ, ਤਾਂ ਇੱਥੇ ਹੁਣ ਕਨਫਿਊਜ਼ਨ ਹੈਗੀ। ਬਹੁਤ ਸਾਰੇ ਜਿਹੜੇ ਇਤਿਹਾਸਕਾਰ ਨੇ ਉਹ ਇਹ ਮੰਨਦੇ ਨੇ ਵੀ ਬਾਬੇ ਨਾਨਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦੇ ਵਿੱਚ ਹੋਇਆ ਸੀ ਜਾਂ ਫਿਰ ਵਿਸਾਖ ਦੀ ਪੂਰਨਮਾਸ਼ੀ ਦੇ ਵਿੱਚ ਹੋਇਆ ਸੀ। ਤਾਂ ਵੈਸੇ ਤਾਂ ਦੇਖੋ ਜ਼ਿਆਦਾਤਰ ਜਿਹੜੇ ਮਨਾਏ ਜਾਂਦੇ ਨੇ ਬਾਬੇ ਨਾਨਕ ਦਾ ਜਨਮ ਦਿਨ ਅਸੀਂ ਮਨਾਉਂਦੇ ਹੈਗੇ ਉਹ ਕੱਤਕ ਦੀ ਪੂਰਨਮਾਸ਼ੀ ਦੇ ਵਿੱਚ ਹੀ ਮਨਾਉਂਦੇ ਹੁੰਦੇ ਆ। ਤਾਂ ਇਹਦੇ ਅਕੋਰਡਿੰਗ ਜਿਹੜਾ ਮੰਨਿਆ ਜਾਂਦਾ ਭਾਈ ਬਾਲੇ ਦੀ ਜਨਮ ਸਾਖੀ ਦੇ ਅਨੁਸਾਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਮੰਨਿਆ ਜਾਂਦਾ ਹੈਗਾ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮੰਨਿਆ ਜਾਂਦਾ ਹੁੰਦਾ। ਠੀਕ ਹੈ ਜੀ, ਤਾਂ ਯਾਦ ਰੱਖਣਾ ਆਪਾਂ ਵੀ ਭਾਈ ਬਾਲੇ ਦੀ ਜਨਮ ਸਾਖੀ ਦੇ ਅਨੁਸਾਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਠੀਕ ਹੈ, ਅੱਗੇ ਦੇਖਦੇ ਹਾਂ ਜੀ। ਇਸ ਤੋਂ ਬਾਅਦ ਇੱਕ ਕੁਐਸਚਨ ਹੋਰ ਇਹਦੇ ਨਾਲ ਰਿਲੇਟਡ ਬਣ ਜਾਂਦਾ ਹੈਗਾ। ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਦੇਸੀ ਮਹੀਨੇ ਦੇ ਵਿੱਚ ਹੋਇਆ ਸੀ। ਠੀਕ ਹੈ, ਤਾਂ ਇੱਥੇ ਹੁਣ ਮਿਹਰਬਾਨ ਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਹੈਗੀ, ਇਹਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਇਹ ਕਿਸ ਦੇਸੀ ਮਹੀਨੇ ਦੇ ਵਿੱਚ ਹੋਇਆ ਸੀ। ਤਾਂ ਮਿਹਰਬਾਨ ਤੇ ਭਾਈ ਮਨੀ ਸਿੰਘ ਦੇ ਅਨੁਸਾਰ ਜਿਹੜਾ ਮੰਨਿਆ ਜਾਂਦਾ ਹੈਗਾ ਉਹ ਵਿਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਮੰਨਿਆ ਜਾਂਦਾ। ਠੀਕ ਹੈ ਜੀ, ਤਾਂ ਇਹਦੇ ਅਕੋਰਡਿੰਗ ਆਨਸਰ ਕੀ ਬਣੂਗਾ ਸਾਡਾ। ਹੁਣ ਪਾਰਟੀਕੂਲਰ ਜੇ ਪੁੱਛੂਗਾ ਵੀ ਮਿਹਰਬਾਨ ਤੇ ਭਾਈ ਮਨੀ ਸਿੰਘ ਦੇ ਅਕੋਰਡਿੰਗ ਕਿਹੜਾ ਹੈਗਾ, ਤਾਂ ਵਿਸਾਖ ਦੀ ਪੂਰਨਮਾਸ਼ੀ ਨੂੰ ਮੰਨਿਆ ਜਾਂਦਾ। ਤੇ ਜਿਸ ਨੂੰ ਪੁੱਛੂਗਾ ਭਾਈ ਬਾਲੇ ਦਾ, ਅਸੀਂ ਮੋਸਟਲੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦੇ ਅਸੀਂ ਤਾਂ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੁੰਦਾ ਹੈਗਾ। ਅਗਲਾ ਕੁਐਸਚਨ ਦੇਖਦੇ ਹੈਗੇ 6 ਨੰਬਰ, ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ। ਤਾਂ ਕਿਸ ਪਰਿਵਾਰ ਨਾਲ ਸੰਬੰਧ ਰੱਖਦੇ ਸੀ, ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਦੇ ਨਾਲ ਸੰਬੰਧਿਤ ਸੀਗੇ। ਠੀਕ ਹੈ ਜੀ, ਹੁਣ ਤੁਹਾਨੂੰ ਪਤਾ ਵੀ ਜ਼ਿਆਦਾਤਰ ਜਿਹੜੇ ਗੁਰੂ ਹੋਏ ਨੇਗੇ, ਠੀਕ ਜਿਹੜੇ ਤੀਸਰੇ ਗੁਰੂ ਸੀ ਉਹ ਭੱਲਾ ਨਾਲ ਸੰਬੰਧਿਤ ਸੀਗੇ। ਠੀਕ ਹੈ ਜੀ, ਤੇ ਜਿਹੜੇ ਜ਼ਿਆਦਾਤਰ ਜਿਹੜੇ ਗੁਰੂ ਹੋਏ ਨੇ ਉਹ ਸੋਢੀ ਦੇ ਨਾਲ ਸੰਬੰਧਿਤ ਸੀਗੇ। ਜਿਹੜੇ ਪਹਿਲੇ ਗੁਰੂ ਸੀਗੇ ਜੀ ਸਾਡੇ ਉਹ ਸੀਗੇ ਬੇਦੀ ਨਾਲ ਸੰਬੰਧਿਤ। ਠੀਕ ਹੈ ਜੀ, ਤਾਂ ਆਨਸਰ ਕੀ ਆ ਜਾਊਗਾ 6 ਦਾ ਸਾਡਾ, ਇਹ ਆ ਜਾਊਗਾ ਜੀ ਬੇਦੀ। ਠੀਕ ਹੈ, ਅੱਗੇ 7 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿ ਰਿਹਾ। ਦੇਖੋ ਕਹਿੰਦਾ ਗੁਰੂ ਨਾਨਕ ਦੇਵ ਜੀ ਦੇ ਕੁਲ ਪੁਰੋਹਿਤ, ਮਤਲਬ ਜਿਹੜੇ ਇਹਨਾਂ ਦੇ ਪੁਜਾਰੀ ਸੀਗੇ, ਕੁਲ ਪੁਰੋਹਿਤ ਇਹਨਾਂ ਦੇ ਪਰਿਵਾਰ ਦੇ ਜਿਹੜੇ ਪੁਜਾਰੀ ਸੀਗੇ ਉਹ ਕੌਣ ਸੀਗੇ। ਠੀਕ ਹੈ, ਤਾਂ ਕੌਣ ਸੀ ਇਹਨਾਂ ਦੇ ਪੁਜਾਰੀ, ਉਹ ਸੀਗੇ ਪੰਡਿਤ ਹਰਦਿਆਲ। ਠੀਕ ਹੈ ਜੀ, ਪੰਡਿਤ ਹਰਦਿਆਲ ਜਿਨ੍ਹਾਂ ਨੇ ਇਹਨਾਂ ਨੂੰ ਜਨੇਊ ਪਾਉਣ ਦੀ ਜਿਹੜੀ ਰਸਮ ਸੀ ਉਹ ਕੀਤੀ ਸੀਗੀ, ਪਰ ਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਪਤਾ ਵੀ ਜਨੇਊ ਪਾਉਣ ਤੋਂ ਕੀ ਕਰਤਾ ਸੀ, ਇਨਕਾਰ ਕਰਤਾ ਸੀਗਾ। ਠੀਕ ਹੈ, ਉਹ ਸਾਰੀ ਘਟਨਾ ਤੁਹਾਨੂੰ ਪਤਾ ਹੈ ਸਾਰੀ ਇਹ। ਅੱਗੇ 8 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ, ਗੁਰੂ ਨਾਨਕ ਦੇਵ ਜੀ ਨੂੰ ਗਣਿਤ ਅਤੇ ਮੁੱਢਲੀ ਵਿੱਦਿਆ ਕਿਸ ਗੁਰੂ ਤੋਂ ਪ੍ਰਾਪਤ ਹੋਈ ਸੀਗੀ। ਤਾਂ ਗਣਿਤ ਅਤੇ ਮੁੱਢਲੀ ਵਿੱਦਿਆ ਜਿਹੜੀ ਇਹਨਾਂ ਨੂੰ ਪ੍ਰਾਪਤ ਹੋਈ ਸੀਗੀ ਤਾਂ ਉਹ ਪ੍ਰਾਪਤ ਹੋਈ ਸੀ ਪੰਡਿਤ ਬ੍ਰਿਜਨਾਥ ਤੋਂ। ਠੀਕ ਹੈ ਜੀ, ਪੰਡਿਤ ਬ੍ਰਿਜਨਾਥ ਤੋਂ ਇਹਨਾਂ ਨੂੰ ਜਿਹੜੀ ਮੁੱਢਲੀ ਸਿੱਖਿਆ ਜਿਹੜੀ ਸੀ ਉਹ ਪ੍ਰਾਪਤ ਹੋਈ ਸੀ। ਠੀਕ ਹੈ, ਚਲੋ ਅੱਗੇ ਦੇਖਦੇ ਹਾਂ ਜੀ 9th ਨੰਬਰ ਕੁਐਸਚਨ, ਦੇਖੋ ਕੀ ਕਹਿ ਰਿਹਾ ਹੈਗਾ। ਗੁਰੂ ਨਾਨਕ ਦੇਵ ਜੀ ਨੂੰ ਸੰਸਕ੍ਰਿਤ ਦੀ ਵਿੱਦਿਆ
ਸੰਸਕ੍ਰਿਤ ਦੀ ਵਿੱਦਿਆ ਇਹਨਾਂ ਨੂੰ ਕਿਹੜੇ ਗੁਰੂ ਤੋਂ ਪ੍ਰਾਪਤ ਹੋਈ ਸੀ? ਠੀਕ ਹੈ ਜੀ। ਤਾਂ ਸੰਸਕ੍ਰਿਤ ਦੀ ਵਿੱਦਿਆ ਨੂੰ ਪ੍ਰਾਪਤ ਹੋਈ ਸੀ ਪੰਡਿਤ ਗੋਪਾਲ ਤੋਂ। ਠੀਕ ਹੈ, ਯਾਦ ਰੱਖਣਾ ਹੈਗਾ, ਕਾਫੀ ਇੰਪੋਰਟੈਂਟ ਕੁਐਸਚਨਸ ਨੇ ਤੁਹਾਡੇ ਵਾਸਤੇ, ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਠੀਕ ਹੈ ਜੀ, ਤੁਹਾਨੂੰ ਯਾਦ ਰੱਖਣਾ ਆਪਾਂ। ਠੀਕ ਹੈ ਜੀ, ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ ਵੀ ਆਪਣੀ ਜਿਹੜੀ ਬੁੱਕ ਲਗਭਗ ਤਿਆਰ ਹੈਗੀ ਉਹ ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਊਗੀ। ਠੀਕ ਹੈ, ਜਿਹਦੇ ਵਿੱਚ ਅਸੀਂ ਐਂਸ਼ੀਅੰਟ ਹਿਸਟਰੀ, ਇਹਦੇ ਵਿੱਚ ਅਸੀਂ ਮਿਡਲ ਹਿਸਟਰੀ ਤੇ ਇਹਦੇ ਵਿੱਚ ਅਸੀਂ ਮਾਡਰਨ ਹਿਸਟਰੀ, ਤਾਂ 3 ਟੌਪਿਕਸ ਦੇ ਵਿੱਚ ਅਸੀਂ ਕਵਰ ਕੀਤੇ ਹੈ। ਲਗਭਗ 4500 ਪਲੱਸ ਕੁਐਸਚਨ ਲਗਭਗ ਬਣ ਜਾਣਗੇ ਆਪਣੇ। ਠੀਕ ਹੈ, ਤੇ ਮੈਨੂੰ ਲੱਗਦਾ ਨਹੀਂਗਾ ਵੀ ਜਿਹੜਾ ਤੁਹਾਡਾ ਕੋਈ ਵੀ ਪੇਪਰ ਹੋਊਗਾ, ਚਾਹੇ ਉਹ ਲੈਕਚਰ ਦਾ ਪੇਪਰ ਹੈ, ਚਾਹੇ ਉਹ ਮਾਸਟਰ ਕੈਡਰ ਦਾ ਪੇਪਰ ਹੈ, ਵੀ ਇੰਨੇ ਇੰਪੋਰਟੈਂਟ ਕੁਐਸਚਨ ਆਪਾਂ ਇਹਦੇ ਵਿੱਚ ਪਾਵਾਂਗੇ। ਤਾਂ ਮੈਂ ਮੰਨ ਕੇ ਚੱਲਦਾ ਵੀ 99% ਜਿਹੜਾ ਪੇਪਰ ਹੈਗਾ ਲਗਭਗ ਇਹਨੂੰ ਕਵਰ ਕਰ ਲੂਗਾ ਉਹ ਪੇਪਰ। ਠੀਕ ਹੈ, ਜਿੰਨੇ ਆਪਾਂ ਕੁਐਸਚਨ ਇਹਦੇ ਵਿੱਚ ਪਾਵਾਂਗੇ, ਕਿਉਂਕਿ ਮੋਸਟ ਇੰਪੋਰਟੈਂਟ ਕੁਐਸਚਨ ਹੋਣਗੇ ਤੁਹਾਡੇ ਸਾਰੇ। ਠੀਕ ਹੈ ਜੀ, ਚਲੋ ਅੱਗੇ ਗੱਲ ਕਰਦੇ ਹਾਂ ਜੀ। 10th ਨੰਬਰ ਕੁਐਸਚਨ ਦੀ ਗੱਲ ਕਰਦੇ ਹਾਂ। ਕਹਿੰਦਾ ਗੁਰੂ ਨਾਨਕ ਦੇਵ ਜੀ ਨੂੰ ਫਾਰਸੀ ਦੀ ਵਿੱਦਿਆ ਕਿਹੜੇ ਗੁਰੂ ਤੋਂ ਪ੍ਰਾਪਤ ਹੋਈ ਸੀ? ਠੀਕ ਹੈ, ਤਾਂ ਫਾਰਸੀ ਦੀ ਵਿੱਦਿਆ ਇਹਨਾਂ ਨੇ ਪ੍ਰਾਪਤ ਕੀਤੀ ਸੀਗੀ ਕਾਜੀ ਕੁਤਬਦੀਨ ਤੋਂ। ਠੀਕ ਹੈ ਜੀ, ਕਾਜੀ ਕੁਤਬਦੀਨ ਇਹਨਾਂ ਨੂੰ ਜਿਹੜੇ ਸੀਗੇ, ਇਹਨਾਂ ਨੇ ਫਾਰਸੀ ਦੀ ਵਿੱਦਿਆ ਜਿਹੜੀ ਸੀ ਇਹਨਾਂ ਨੂੰ ਕੀ ਕਰਾਈ ਸੀਗੀ? ਠੀਕ ਹੈ ਜੀ, ਦਵਾਈ ਸੀਗੀ। ਅੱਗੇ 11 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਜਨੇਊ ਪਹਿਨਣ ਦੀ ਰਸਮ ਜਿਹੜੀ ਸੀ ਉਹ ਅਦਾ ਕਰਵਾਈ ਗਈ ਸੀ? ਤਾਂ ਗੁਰੂ ਨਾਨਕ ਦੇਵ ਜੀ ਜਦੋਂ ਕਿੰਨੇ ਸਾਲ ਦੇ ਹੋ ਗਏ ਸੀਗੇ? 9 ਸਾਲ ਦੇ ਹੋ ਗਏ ਸੀਗੇ ਉਸ ਟਾਈਮ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਸੀ ਜਨੇਊ ਪਾਉਣ ਦੀ ਰਸਮ ਜਿਹੜੀ ਸੀ ਉਹ ਆਰੰਭ ਕੀਤੀ ਗਈ ਸੀ। ਪਰ ਤੁਹਾਨੂੰ ਪਤਾ ਹੈ ਵੀ ਗੁਰੂ ਨਾਨਕ ਦੇਵ ਜੀ ਬਿਲਕੁਲ ਧਾਰਮਿਕ ਪ੍ਰਵਿਰਤੀ ਦੇ ਸ਼ੁਰੂ ਤੋਂ ਹੀ ਸੀਗੇ, ਤਾਂ ਉਹਨਾਂ ਨੇ ਜਨੇਊ ਦੀ ਰਸਮ ਜਿਹੜੀ ਸੀ ਉਸ ਨੂੰ ਜਨੇਊ ਪਾਉਣ ਤੋਂ ਕੀ ਕਰਤਾ ਸੀ? ਇਨਕਾਰ ਕਰਤਾ ਸੀਗਾ। ਠੀਕ ਹੈ ਜੀ, ਉਹ ਇੱਕ ਸਦਗੁਣਾ ਦੇ ਨਾਲ ਬਣਿਆ ਹੋਇਆ ਜਨੇਊ ਜਿਹੜਾ ਸੀ ਉਹ ਪਾਉਣਾ ਚਾਹੁੰਦੇ ਸੀਗੇ। ਠੀਕ ਹੈ, ਅੱਗੇ ਜੀ 12 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ। ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰਨ ਸਮੇਂ ਜੋ ਸ਼ਬਦ ਉਚਾਰਨ ਕੀਤੇ ਸਨ ਉਹ ਕਿਸ ਗ੍ਰੰਥ ਦੇ ਵਿੱਚ ਦਰਜ ਨੇ? ਕਾਫੀ ਇੰਪੋਰਟੈਂਟ ਹੈ ਬਈ ਇਹ। ਠੀਕ ਹੈ ਜੀ, ਤੇ ਇੱਕ ਮਤਲਬ ਉਚਾਰਨ ਨੇ, ਕੁਝ ਵਾਕ ਨੇ, ਹੈ ਨਾ, ਤਾਂ ਇਹ ਕਿਹੜੇ ਗ੍ਰੰਥ ਦੇ ਵਿੱਚ ਦਰਜ ਕੀਤੇ ਗਏ ਸੀਗੇ? ਤਾਂ ਇਹ ਦਰਜ ਕੀਤੇ ਗਏ ਨੇ ਗੁਰੂ ਨਾਨਕ ਦੇਵ ਜੀ ਰਚਨਾ ਖੁਦ ਦੀ। ਠੀਕ ਹੈ ਜੀ, ਆਸ਼ਾ ਦੀ ਵਾਰ। ਠੀਕ ਹੈ, ਜਾਂ ਵਾਰ ਆਸ਼ਾ ਜਾਂ ਆਸ਼ਾ ਦੀ ਵਾਰ ਦੇ ਵਿੱਚ ਦਰਜ ਕੀਤੇ ਗਏ ਨੇ। ਯਾਦ ਰੱਖਣਾ ਹੈਗਾ ਵੀ ਜਿਹੜੇ ਇਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰਨ ਸਮੇਂ ਜੋ ਜਿਹੜੇ ਸ਼ਬਦ ਉਚਾਰਨ ਕੀਤੇ ਸੀਗੇ ਉਹ ਕਿਹੜੇ ਗ੍ਰੰਥ ਦੇ ਵਿੱਚ ਦਰਜ ਕੀਤੇ ਗਏ ਨੇ? ਤਾਂ ਉਹ ਆਸ਼ਾ ਦੀ ਵਾਰ ਦੇ ਵਿੱਚ ਦਰਜ ਕੀਤੇ ਗਏ ਨੇ ਬਈ। ਠੀਕ ਹੈ, ਚਲੋ ਅੱਗੇ ਜੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਕਿਹੜੇ ਸ਼ਹਿਰ ਦੇ ਵਿੱਚ ਨੇ? ਇਸ ਤਰ੍ਹਾਂ ਦੇ ਕੁਐਸਚਨ ਪਹਿਲਾਂ ਐਗਜ਼ਾਮ 'ਚ ਬਣੇ ਹੋਏ ਨੇਗੇ। ਠੀਕ ਹੈ, ਚਲੋ ਆਪਾਂ ਇੱਥੇ ਕੁਐਸਚਨ ਥੋੜਾ ਜਿਹਾ ਬਦਲ ਕੇ ਕਰ ਰਹੇ ਹੈਗੇ। ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੋਇਆ ਸੀਗਾ, ਵਿਆਹ ਹੋਇਆ ਸੀ ਜਿਹੜਾ, ਉਹ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਸੀਗਾ? ਤਾਂ ਵਿਆਹ ਇਹਨਾਂ ਦਾ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਸੀ? ਇਹਨਾਂ ਦੇ ਸਹੁਰੇ ਜਿਹੜੇ ਸੀ ਉਹ ਕਿਹੜੇ ਸ਼ਹਿਰ ਦੇ ਵਿੱਚ ਸੀਗੇ? ਠੀਕ ਹੈ, ਮੂਲ ਚੰਦ ਦੀ ਪੁੱਤਰੀ ਸੀ ਬੀਬੀ ਸੁਲੱਖਣੀ ਜੀ, ਹੈ ਨਾ, ਉਹਨਾਂ ਨਾਲ ਵਿਆਹ ਹੋਇਆ ਸੀ ਤਾਂ ਬਟਾਲਾ। ਠੀਕ ਹੈ ਜੀ, ਤਾਂ ਬਟਾਲਾ ਸ਼ਹਿਰ ਸੀ ਬਈ ਇਹਨਾਂ ਦਾ ਵਿਆਹ ਹੋਇਆ ਸੀ ਬਟਾਲੇ ਦੇ ਵਿੱਚ। ਇਸ ਤੋਂ ਬਾਅਦ ਜੀ ਇਹਨਾਂ ਦੇ 2 ਪੁੱਤਰ ਹੋਏ ਸੀ, ਤੁਹਾਨੂੰ ਪਤਾ ਵੀ ਲక్ష్ਮੀ ਦਾਸ ਸੀਗੇ ਤੇ ਸ਼੍ਰੀ ਚੰਦ ਸੀਗੇ। ਇਹਨਾਂ ਦੇ ਵੱਡੇ ਪੁੱਤਰ ਦਾ ਕੀ ਨਾਮ ਸੀਗਾ? ਵੱਡੇ ਪੁੱਤਰ ਦਾ ਨਾਮ ਸੀਗਾ ਜੀ ਸ਼੍ਰੀ ਚੰਦ, ਜਿਨ੍ਹਾਂ ਨੇ ਬਾਅਦ ਦੇ ਵਿੱਚ ਇੱਕ ਨਵਾਂ ਸੰਪਰਦਾਇ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ, ਜਿਹਨੂੰ ਅਸੀਂ ਉਦਾਸੀ ਸੰਪਰਦਾਇ ਜਾਂ ਫਿਰ ਉਦਾਸੀ ਮਤ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ। ਤੁਹਾਨੂੰ ਪਤਾ ਸਾਰਾ ਇਹ। ਅੱਗੇ ਜੀ 15 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ। ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਅੰਨ ਭੰਡਾਰ ਦੇ ਵਿੱਚ ਨੌਕਰੀ ਕੀਤੀ ਸੀਗੀ? ਠੀਕ ਹੈ, ਤੁਹਾਨੂੰ ਪਤਾ ਵੀ ਜਦੋਂ 20 ਸਾਲ ਦੀ ਉਮਰ ਹੋ ਗਈ ਸੀ ਤਾਂ ਇਹਨਾਂ ਦੇ ਭਣੋਈਏ ਜਿਹੜੇ ਸੀਗੇ ਜੈਰਾਮ ਜੀ, ਤਾਂ ਉਹਨਾਂ ਨੂੰ ਉਹ ਸੁਲਤਾਨਪੁਰ ਲੋਧੀ ਲੈ ਗਏ ਸੀਗੇ। ਤਾਂ ਫਿਰ ਉਹਨਾਂ ਨੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਜਾਂ ਫਿਰ ਅੰਨ ਭੰਡਾਰ ਦੇ ਵਿੱਚ ਜਿਹੜੀ ਨੌਕਰੀ ਉਹ ਆਰੰਭ ਕੀਤੀ ਸੀ। ਠੀਕ ਹੈ ਜੀ, ਉੱਥੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਪਤਨੀ ਨੂੰ ਵੀ ਬੁਲਾ ਲਿਆ ਸੀਗਾ। ਠੀਕ ਹੈ, ਇਸ ਤੋਂ ਬਾਅਦ 16 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ। ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਦੇ ਸਮੇਂ ਕਿਸ ਨਦੀ ਦੇ ਵਿੱਚ ਡੁਬਕੀ ਲਗਾਈ ਸੀ? ਠੀਕ ਹੈ ਜੀ, ਤਾਂ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਇਹ ਮੰਨਿਆ ਜਾਂਦਾ ਹੈ, ਵੈਸੇ ਤਾਂ ਇਤਿਹਾਸਕਾਰਾਂ ਦਾ ਆਪਣਾ ਮਤ ਹੈਗਾ। ਕੋਈ ਇਤਿਹਾਸਕਾਰ ਕਹਿੰਦੇ ਵੀ 1495 ਦੇ ਵਿੱਚ ਹੋਈ ਹੈ, ਕਈ ਇਤਿਹਾਸਕਾਰ ਮੰਨਦੇ ਨੇ ਕਿ 1499 ਦੇ ਵਿੱਚ ਹੋਈ ਹੈ। ਠੀਕ ਹੈ ਜੀ, ਪਰ ਅਸੀਂ ਜ਼ਿਆਦਾਤਰ 1499 ਦੇ ਵਿੱਚ ਹੀ ਪੜ੍ਹਦੇ ਹੁੰਦੇ ਹਾਂ ਵੀ 1499 ਦੇ ਵਿੱਚ ਜਿਹੜੀ ਗਿਆਨ ਦੀ ਪ੍ਰਾਪਤੀ ਇਹਨਾਂ ਨੂੰ ਹੋਈ ਸੀ। ਤਾਂ ਉਸ ਟਾਈਮ ਕਿਹੜੀ ਨਦੀ ਸੀ ਜੀ? ਇਹ ਕਾਲੀ ਵੇਈ ਨਦੀ ਸੀਗੀ, ਤੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਪ੍ਰਾਪਤੀ ਦੇ ਸਮੇਂ ਇਹਨਾਂ ਨੇ ਡੁਬਕੀ ਲਾਈ ਸੀਗੀ। ਤੇ ਇਹਨੂੰ ਕਾਫੀ ਚਰਚਾ ਦੇ ਵਿੱਚ ਸੀਗੀ ਨਦੀ, ਪਿੱਛੇ ਜੇ ਦੇਖੋ ਕਾਫੀ ਮਤਲਬ ਪ੍ਰਦੂਸ਼ਿਤ ਹੋ ਚੁੱਕੀ ਸੀ ਨਦੀ। ਫਿਰ ਬਾਬਾ ਸੀਚੇਵਾਲ ਜਿਹੜੇ ਹੈ ਨਾ, ਉਹਨਾਂ ਨੇ ਇਸ ਨਦੀ ਨੂੰ ਦੁਬਾਰਾ ਪੁਨਰਜੀਵਿਤ ਕਰਨ ਦੇ ਵਿੱਚ ਕਾਫੀ ਵੱਡਾ ਜਿਹੜਾ ਰੋਲ ਪਲੇ ਕੀਤਾ ਸੀਗਾ। ਠੀਕ ਹੈ, ਅੱਗੇ ਜੀ 17 ਨੰਬਰ ਕੁਐਸਚਨ ਦੇਖੋ ਕੀ ਕਹਿੰਦੇ ਜੀ। ਨਦੀ ਦੇ ਜਿਸ ਕੰਢੇ ਤੋਂ ਗੁਰੂ ਨਾਨਕ ਦੇਵ ਜੀ ਬਾਹਰ ਨਿਕਲੇ ਸਨ ਉਸ ਨੂੰ ਅੱਜ ਕੱਲ੍ਹ ਕਿਸ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ? ਤਾਂ ਨਦੀ ਦੇ ਜਿਸ ਕੰਢੇ ਤੋਂ ਗੁਰੂ ਨਾਨਕ ਦੇਵ ਜੀ ਬਾਹਰ ਨਿਕਲੇ ਸੀ ਉਸ ਨੂੰ ਕਿਸ ਨਾਮ ਦੇ ਨਾਲ ਬੁਲਾਇਆ ਜਾਂਦਾ ਹੈਗਾ? ਤਾਂ ਉਸ ਨੂੰ ਕਿਹਾ ਜਾਂਦਾ ਜੀ ਸੰਤ ਘਾਟ। ਠੀਕ ਹੈ ਜੀ, ਇਹ ਕੁਐਸਚਨ ਤੁਹਾਨੂੰ ਇੰਪੋਰਟੈਂਟ ਪੁੱਛਿਆ ਜਾ ਸਕਦਾ ਹੈਗਾ ਵੀ ਜਿਹੜੇ ਰਸਤੇ ਤੋਂ ਜਾਂ ਜਿਹੜੇ ਕੰਢੇ ਤੋਂ ਗੁਰੂ ਨਾਨਕ ਦੇਵ ਜੀ ਬਾਹਰ ਆਏ ਸੀਗੇ ਤਾਂ ਉਸ ਨੂੰ ਅੱਜ ਕੱਲ੍ਹ ਅਸੀਂ ਕਿਸ ਨਾਮ ਦੇ ਨਾਲ ਬੁਲਾਉਂਦੇ ਹੈਗੇ? ਠੀਕ ਹੈ, ਤਾਂ ਕਾਫੀ ਇਹ ਪਵਿੱਤਰ ਜਗ੍ਹਾ ਹੈ, ਇਹ ਪੂਜਨਯੋਗ ਜਗ੍ਹਾ ਹੈਗੀ। ਠੀਕ ਹੈ ਜੀ, ਹਾਂਜੀ 17 ਦਾ ਆਨਸਰ ਆ ਜਾਊਗਾ ਸੀ ਜੀ। ਅੱਗੇ ਜੀ ਗੁਰੂ ਨਾਨਕ ਦੇਵ ਜੀ ਰਚਨਾਵਾਂ, ਜਿਹਨਾਂ ਦੇ ਗ੍ਰੰਥਾਂ ਦੀ ਰਚਨਾਵਾਂ ਬਾਰੇ ਕੁਐਸਚਨ ਪੁੱਛਿਆ ਗਿਆ ਹੈਗਾ। ਕਾਫੀ ਵਾਰ ਕੁਐਸਚਨ ਤੁਹਾਨੂੰ ਇਹਨਾਂ ਦੀ ਰਚਨਾਵਾਂ ਬਾਰੇ ਕੁਐਸਚਨ ਪਤਾ ਹੋਣੇ ਚਾਹੀਦੇ ਨੇਗੇ। ਠੀਕ ਹੈ,
ਤੇ ਮੈਂ ਤੁਹਾਨੂੰ ਜਿਹੜੀ ਵੀ ਅਗਲੀ ਬੁੱਕ ਸਾਡੀ ਆਊਗੀ ਇਹਦੇ ਵਿੱਚ ਸਾਰੇ ਕੁਐਸਚਨ ਮੈਂ ਇਸ ਤੋਂ ਇਲਾਵਾ ਵੀ ਕੁਐਸਚਨ ਹੋਰ ਪਾ ਦੂੰਗਾ ਮੈਂ, ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੇ ਕੁਐਸਚਨ ਇਹਦੇ ਵਿੱਚ ਹੋਣਗੇ। ਇਹਨਾਂ ਵਿੱਚੋਂ ਕਿਸ ਗ੍ਰੰਥ ਦੀ ਰਚਨਾ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਨਹੀਂ ਕੀਤੀ ਸੀ, ਠੀਕ ਹੈ ਜੀ। ਆਸ਼ਾ ਦੀ ਵਾਰ ਜਾਂ ਵਾਰ ਆਸ਼ਾ, ਵਾਰ ਮਾਜ਼, ਠੀਕ ਹੈ ਜੀ, ਜਾਂ ਵਾਰ ਮਲਹਾਰ, ਇਹਨਾਂ ਤਿੰਨਾਂ ਦੀ ਰਚਨਾਵਾਂ ਜਿਹੜੀ ਸੀਗੀ ਇਹ ਰਚਨਾ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਦਸ਼ਮ ਗ੍ਰੰਥ ਦੀ ਰਚਨਾ ਜਿਹੜੀ ਸੀ ਇਹ ਗੁਰੂ ਨਾਨਕ ਦੇਵ ਜੀ ਨੇ ਨਹੀਂ ਕੀਤੀ ਇਹਦੇ ਵਿੱਚ, ਠੀਕ ਹੈ ਜੀ। ਚਲੋ 19 ਨੰਬਰ ਕੁਐਸਚਨ ਦੇਖਦੇ ਹਾਂ ਜੀ, ਇੰਪੋਰਟੈਂਟ ਹੈ ਤੁਹਾਡੇ ਵਾਸਤੇ ਇਹ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਜਾਂ ਕਰਤਾਰਪੁਰ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਸੀ ਉਹ ਕਦੋਂ ਰੱਖੀ ਸੀ, ਠੀਕ ਹੈ। ਕਰਤਾਰਪੁਰ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਗਈ ਸੀ ਇਹ ਰੱਖੀ ਗਈ ਸੀ ਜੀ 1521 ਦੇ ਵਿੱਚ, ਠੀਕ ਹੈ ਜੀ। 1521 ਦੇ ਵਿੱਚ ਇਹਨਾਂ ਨੇ ਕਰਤਾਰਪੁਰ ਸ਼ਹਿਰ ਦੀ ਜਿਹੜੀ ਸੀ ਨੀਂਹ ਰੱਖੀ ਸੀਗੀ। ਇਹਦੇ ਨਾਲ ਹੀ ਜੁੜਿਆ ਹੋਇਆ ਕੁਐਸਚਨ ਹੋ ਰਿਹਾ ਇਹਦੇ ਵਿੱਚ। 20 ਨੰਬਰ ਕੁਐਸਚਨ ਦੇਖਦੇ ਕੀ ਕਹਿੰਦਾ, ਕਰਤਾਰਪੁਰ ਸ਼ਹਿਰ ਵਸਾਉਣ ਦੇ ਲਈ ਜਿਹੜੀ ਜ਼ਮੀਨ ਸੀ ਗੁਰੂ ਜੀ ਨੂੰ ਕਿਸ ਨੇ ਭੇਟਾ ਕੀਤੀ ਸੀ, ਠੀਕ ਹੈ ਜੀ। ਜਿਹੜੀ ਜ਼ਮੀਨ ਸੀ ਉਹ ਗੁਰੂ ਜੀ ਨੂੰ ਦਾਨ ਕੀਤੀ ਸੀ। ਉਹ ਦਾਨ ਕਰਨ ਵਾਲਾ ਕੌਣ ਸੀ? ਦੀਵਾਨ ਕਰੋੜੀ ਮੱਲ, ਠੀਕ ਹੈ ਜੀ। ਦੀਵਾਨ ਕਰੋੜੀ ਮੱਲ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਜ਼ਮੀਨ ਦਾਨ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਨਿਵਾਸ ਕੀਤਾ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਜਿਹੜੇ ਅਨੁਯਾਈ ਸੀਗੇ ਉਹਨਾਂ ਨੇ ਉੱਥੇ ਧਰਮਸ਼ਾਲਾ ਵਗੈਰਾ ਜਾਂ ਬਹੁਤ ਸਾਰੀਆਂ ਹੋਰ ਜਿਹੜੀਆਂ ਆਪਣੀਆਂ ਰਿਹਾਇਸ਼ਾਂ ਉੱਥੇ ਬਣਾ ਲਈਆਂ ਸੀਗੀਆਂ ਤੇ ਇੱਕ ਹੌਲੀ ਹੌਲੀ ਉਹ ਸ਼ਹਿਰ ਬਣਨਾ ਸ਼ੁਰੂ ਹੋ ਗਿਆ ਸੀ, ਠੀਕ ਹੈ ਜੀ। ਚਲੋ ਤਾਂ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਹੈ ਕਰਤਾਰਪੁਰ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਾਫੀ, ਠੀਕ ਹੈ ਜੀ, ਚਰਚਾ ਸੀਗੀ। ਕਰਤਾਰਪੁਰ ਸ਼ਹਿਰ ਪਾਕਿਸਤਾਨ ਦੇ ਕਿਸ ਜ਼ਿਲ੍ਹੇ ਦੇ ਵਿੱਚ ਹੈ, ਠੀਕ ਹੈ। ਤਾਂ ਸਿਆਲਕੋਟ, ਗੁਜਰਾਂਵਾਲਾ, ਰਾਵਲਪਿੰਡੀ, ਮੁਲਤਾਨ, ਇਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਪਤਾ ਵੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਆਪਸ ਦੇ ਵਿੱਚ ਸਮਝੌਤਾ ਹੋਇਆ ਹੈਗਾ ਕਰਤਾਰਪੁਰ ਸ਼ਹਿਰ ਜਾਣ ਦੇ ਲਈ, ਠੀਕ ਹੈ। ਤਾਂ ਤੁਹਾਨੂੰ ਪਤਾ ਹੈ ਤੁਸੀਂ ਵੀ ਜਾ ਸਕਦੇ ਹੋ ਉੱਥੇ, ਠੀਕ ਹੈ। ਤਾਂ ਇਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ, ਠੀਕ ਹੈ। ਤਾਂ 21 ਦਾ ਆਨਸਰ ਸਾਡਾ ਕੀ ਆ ਜਾਊਗਾ ਜੀ? ਸਿਆਲਕੋਟ ਆ ਜਾਊਗਾ ਇਹਦਾ। ਅਗਲਾ ਕੁਐਸਚਨ ਦੇਖਦੇ ਹਾਂ ਜੀ 22 ਨੰਬਰ ਕੁਐਸਚਨ, ਦੇਖੋ ਕੀ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਕਿੰਨੇ ਸਾਲ ਬਤੀਤ ਕੀਤੇ ਸੀਗੇ? ਤਾਂ ਕਿੰਨੇ ਸਾਲ ਬਤੀਤ ਕੀਤੇ ਸੀ? ਇਹਨਾਂ ਨੇ ਆਪਣੀ ਜ਼ਿੰਦਗੀ ਦੇ 18 ਸਾਲ ਬਤੀਤ ਕੀਤੇ ਸੀਗੇ। 1521 ਦੇ ਵਿੱਚ ਸਥਾਪਨਾ ਹੋਈ ਸੀ ਇਹ ਸ਼ਹਿਰ ਦੀ ਤੇ ਗੁਰੂ ਜੀ 1539 ਦੇ ਵਿੱਚ ਜੋਤੀ ਜੋਤ ਸਮਾਏ ਸੀਗੇ ਇੱਥੇ। ਤਾਂ ਕਿੰਨੇ ਸਾਲ ਹੋ ਗਏ ਜੀ? 18 ਸਾਲ ਹੋ ਗਏ। ਇੱਥੇ ਬਾਬੇ ਨਾਨਕ ਨੇ ਖੇਤੀ ਕੀਤੀ, ਰਸਦ ਜੀਵਨ ਦੇ ਵਿੱਚ, ਠੀਕ ਹੈ, ਰਹੇ ਉਹ, ਤੇ ਉਹਨਾਂ ਨੇ ਹੱਥੀਂ ਕਿਰਤ ਦਾ ਜਿਹੜਾ ਸੰਦੇਸ਼ ਸੀ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਸੀ ਜੀ, ਠੀਕ ਹੈ। ਅੱਗੇ ਜੀ 23 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ ਸੀਗੇ? ਤਾਂ ਗੁਰੂ ਨਾਨਕ ਦੇਵ ਜੀ ਜਿਹੜੀ ਜੋਤੀ ਜੋਤ ਸਮਾਏ ਸੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਸਮਾਏ ਸੀ, ਠੀਕ ਹੈ ਜੀ। ਤਾਂ ਆਨਸਰ ਕੀ ਆ ਜਾਊਗਾ 23 ਦਾ ਸਾਡਾ ਕਰਤਾਰਪੁਰ ਸਾਹਿਬ ਆਨਸਰ ਆ ਜਾਊਗਾ ਇਹਦਾ। ਅੱਗੇ ਜੀ 24 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੰਨੇ ਸਾਲਾਂ ਦੇ ਵਿੱਚ ਪੂਰੀ ਕੀਤੀ ਸੀ? ਤਾਂ 1499 ਤੋਂ ਇਹ ਮੰਨਿਆ ਜਾਂਦਾ ਹੈਗਾ ਵੀ ਸ਼ਾਇਦ ਕਈ 1500 ਤੋਂ ਵੀ ਮੰਨਦੇ ਨੇ ਇਹਨੂੰ, ਠੀਕ ਹੈ। ਤੇ ਇਹਨਾਂ ਨੇ ਸ਼ੁਰੂ ਕੀਤੀ ਸੀ ਉਦਾਸੀ ਤੇ ਪਹਿਲੀ ਉਦਾਸੀ, ਵੈਸੇ ਤਾਂ ਕੋਈ 5 ਵੀ ਮੰਨਦੇ ਨੇ ਉਦਾਸੀਆਂ, ਪਰ ਇਹ ਇਤਿਹਾਸਿਕ ਤੌਰ ਤੇ ਪ੍ਰਮਾਣਿਤ ਹੋ ਚੁੱਕਿਆ ਵੀ ਉਦਾਸੀਆਂ ਇਹਨਾਂ ਦੀਆਂ, ਠੀਕ ਹੈ, ਸਿਰਫ 3 ਸੀਗੀਆਂ, ਠੀਕ ਹੈ। ਤਾਂ ਪਹਿਲੀ ਉਦਾਸੀ ਇਹਨਾਂ ਨੇ ਕਿੰਨੇ ਸਾਲਾਂ ਦੇ ਵਿੱਚ ਪੂਰੀ ਕੀਤੀ ਸੀ? ਤਾਂ ਉਹ 12 ਸਾਲਾਂ ਦੇ ਵਿੱਚ ਪੂਰੀ ਕੀਤੀ ਸੀਗੀ। 12 ਸਾਲ ਲੱਗੇ ਸੀ ਪਹਿਲੀ ਉਦਾਸੀ ਦੇ ਵਿੱਚ ਇਹਨਾਂ ਨੂੰ। 24 ਦਾ ਆਨਸਰ ਸਾਡਾ ਕੀ ਆ ਜਾਊਗਾ ਜੀ? 12 ਸਾਲ ਆ ਜਾਊਗਾ ਇਹਦਾ ਆਨਸਰ। 25 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈ। ਪਹਿਲੀ ਉਦਾਸੀ ਸਮੇਂ ਗੁਰੂ ਜੀ ਦਾ ਸਾਥ ਕਿਸ ਨੇ ਦਿੱਤਾ ਸੀਗਾ? ਜਦੋਂ ਗੁਰੂ ਜੀ ਪਹਿਲੀ ਉਦਾਸੀ ਸਮੇਂ ਜਾ ਰਹੇ ਸੀ ਤਾਂ ਉਹਨਾਂ ਦਾ ਸਾਥ ਜਿਹੜਾ ਦੇਣ ਵਾਲਾ ਸੀ ਕੌਣ ਸੀ? ਉਹ ਸੀ ਭਾਈ ਮਰਦਾਨਾ, ਠੀਕ ਹੈ ਜੀ। ਭਾਈ ਮਰਦਾਨਾ ਜਿਹੜਾ ਕਿ ਰਵਾਬ ਵਜਾਉਂਦਾ ਸੀਗਾ, ਠੀਕ ਹੈ ਜੀ। ਤਾਂ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦਾ ਸਾਥ ਦਿੱਤਾ ਸੀਗਾ। ਤਾਂ 25 ਦਾ ਆਨਸਰ ਕੀ ਆ ਜਾਊਗਾ? ਭਾਈ ਮਰਦਾਨਾ ਆਨਸਰ ਆ ਜਾਊਗਾ ਇਹਦਾ। ਅੱਗੇ ਦੇਖਦੇ ਹਾਂ ਜੀ 26 ਨੰਬਰ। ਪਹਿਲੀ ਉਦਾਸੀ ਦੇ ਸਮੇਂ ਜਦੋਂ ਗੁਰੂ ਜੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਰਹੇ ਸੀ, ਧਰਮ ਪ੍ਰਚਾਰ ਕਰ ਰਹੇ ਸੀਗੇ, ਆਪਣੇ ਉਪਦੇਸ਼ ਜਿਹੜੇ ਸੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਦੇ ਰਹੇ ਸੀਗੇ, ਤਾਂ ਭਾਈ ਲਾਲੋ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈਗੀ। ਤਾਂ ਭਾਈ ਲਾਲੋ ਦੇ ਨਾਲ ਮੁਲਾਕਾਤ ਉਹਨਾਂ ਦੀ ਕਿਹੜੇ ਸ਼ਹਿਰ ਦੇ ਵਿੱਚ ਹੋਈ ਸੀਗੀ? ਤਾਂ ਸ਼ਹਿਰ ਦੇ ਵਿੱਚ ਹੋਈ ਸੀ ਵੀ ਸ਼ਹੀਦਪੁਰ ਦੇ ਵਿੱਚ, ਕਿਹੜੀ ਸ਼ਹੀਦਪੁਰ ਦੇ ਵਿੱਚ ਇਹਨਾਂ ਦੀ ਮੁਲਾਕਾਤ ਭਾਈ ਲਾਲੋ ਦੇ ਨਾਲ ਹੋਈ ਸੀ। ਤਾਂ ਆਨਸਰ ਹੀ ਆ ਜਾਊਗਾ 26 ਦਾ 3 ਆਨਸਰ ਆ ਜਾਊਗਾ ਇਹਦਾ ਜੀ, ਠੀਕ ਹੈ, ਕਲੀਅਰ ਜੀ। ਚਲੋ ਅੱਗੇ ਦੇਖਦੇ ਹਾਂ 27 ਨੰਬਰ। ਸੱਜਣ ਠੱਗ ਦੇ ਨਾਲ ਗੁਰੂ ਜੀ ਦਾ ਵਾਸਤਾ ਕਿੱਥੇ ਹੋਇਆ ਸੀਗਾ? ਠੀਕ ਹੈ ਜੀ। ਤਾਂ ਗੁਰੂ ਜੀ ਦਾ ਵਾਸਤਾ ਕਿੱਥੇ ਹੋਇਆ ਸੱਜਣ ਠੱਗ ਦੇ ਨਾਲ? ਇੱਕ ਸ਼ਹਿਰ ਆਉਂਦਾ ਜੀ ਤੁਲੰਬਾ, ਤੁਲੰਬਾ ਦੇ ਵਿੱਚ ਸੱਜਣ ਠੱਗ ਦਾ, ਠੀਕ ਹੈ ਜੀ। ਪਰ ਬਾਅਦ ਦੇ ਵਿੱਚ ਗੁਰੂ ਜੀ ਦੇ ਪ੍ਰਭਾਵ ਹੇਠ ਆ ਕੇ ਬਾਅਦ ਵਿੱਚ ਇੱਕ ਭਲਾ ਪੁਰਸ਼ ਬਣ ਗਿਆ ਸੀਗਾ। ਤਾਂ 27 ਦਾ ਕੀ ਆ ਜਾਊਗਾ? 2 ਆਨਸਰ ਆ ਜਾਊਗਾ। ਅੱਗੇ ਜੀ 28 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈ। ਸੂਰਜ ਗ੍ਰਹਿਣ ਸੰਬੰਧੀ ਵਹਿਮ ਭਰਮ ਗੁਰੂ ਜੀ ਦੁਆਰਾ ਕਿਸ ਸ਼ਹਿਰ ਦੇ ਵਿੱਚ ਦੂਰ ਕੀਤੇ ਗਏ ਸੀਗੇ? ਤਾਂ ਬਹੁਤ ਸਾਰੇ ਵਹਿਮ ਭਰਮ ਸੀਗੇ। ਹੁਣ ਗੁਰੂ ਜੀ ਦਾ ਆਈ ਸੰਸਾਰ ਦੇ ਵਿੱਚ ਦੁਨੀਆ ਦਾ ਵਹਿਮ ਭਰਮ ਦੂਰ ਕਰਨ ਸੀਗੇ ਨਾ, ਤਾਂ ਉਹਨਾਂ ਨੇ ਸੂਰਜ ਗ੍ਰਹਿਣ ਸੰਬੰਧੀ ਵਹਿਮ ਭਰਮ ਜਿਹੜੇ ਦੂਰ ਕੀਤੇ ਸੀਗੇ, ਠੀਕ ਹੈ। ਉਹ ਪਾਣੀ ਦੇਣ ਵਾਲੀ ਘਟਨਾ ਤੁਹਾਨੂੰ ਪਤਾ ਸਾਰਿਆਂ ਨੂੰ, ਹੈ ਨਾ, ਵੀ ਉਲਟਾ ਹੋ ਕੇ ਪਾਣੀ ਦੇਣ ਲੱਗੇ ਸੀ। ਤਾਂ ਉਹ ਕਿਹੜਾ ਸ਼ਹਿਰ ਸੀਗਾ ਜਿੱਥੇ? ਤਾਂ ਉਹਨੂੰ ਪੁੱਛਿਆ ਕਿਸੇ ਨੇ ਵੀ ਤੁਸੀਂ ਕੀ ਕਰ ਰਹੇ ਹੋ? ਤਾਂ ਉਹ ਕਹਿੰਦੇ ਵੀ ਮੈਂ ਉਲਟਾ ਹੋ ਕੇ
कि सूरज तो उधर हैगा, तुसीं उल्टा साइड ते पानी दे रहे हो। कहते मैं खेतों नूं पानी दे रहा अपने, है ना। तो फिर वो कहते भी एड्डी दूर खेतों नूं पानी किवें पहुँच जूगा। वो कहते जो 15 करोड़ किलोमीटर तुहाडे सूरज नूं पानी जा सकदा, फिर मेरे खेतों नूं क्यों नहीं पानी जा सकदा हैगा, ठीक है ना। तो इस तरह के वहम भरम जिहड़े सीगे गुरु जी ने दूर किए सीगे। तो हाँ, इसका आंसर क्या आ जाऊगा, ये कुरुक्षेत्र आ जाऊगा इसदा आंसर, ठीक है। अगे जी 29 नंबर क्वेश्चन देखते की कहता पानीपत दे विच गुरु नानक देव जी की मुलाकात किस सूफी संत दे नाल होई सीगी, ठीक है। तो गुरु नानक देव जी की मुलाकात जी हुई सीगी वो हुई सी जी शेख ईदुल कबीर दे नाल, ठीक है जी। ईदुल कबीर द्वारा हुई सी, ठीक है। उन्होंने की मुलाकात हुई सी ईदुल कबीर दे नाल, ठीक है जी। तो 29 का आंसर साडा की बनूगा 2 आंसर बन जाएगा इसदा। आगे देखते हैं 30 नंबर क्वेश्चन शंकर देव नामक भगत के नाल गुरु जी की मुलाकात किस शहर दे विच होई सी, ठीक है जी। तो जो ये पूर्व वाली साइड ते जा रहे थे तो उन्होंने जी आसाम वाली साइड तो जो वो जा रहे थे तो उन्होंने मुलाकात जी हुई सी वो कितने हुई सी भी धुबरी नामक स्थान के उपर हुई सी, ठीक है। धुबरी नामक स्थान से, ठीक है। इस बार नूर शाह काफ़ी इंपोर्टेंट है भी 31 नंबर क्वेश्चन देखते हैं। नूर शाह नामक जादूगरनी नूं गुरु जी ने सही रस्ता किस स्थान पर दिखाया सी, ठीक है जी। तो नूर शाह नामक जादूगरनी नूं गुरु जी ने जिहड़ा सही रस्ता दिखाया सी वो किस उत्ते दिखाया सीगा। इन्हें बहुत सारे जिहड़े जंतर मंतर अपने जिहड़े जादू वगैरह गुरु जी दे करन दी कोशिश की सी, पर गुरु जी दे उपर कोई भी जिहड़ा जादू इहदा नहीं चलिया सी, है ना। तो तुहानूं पता सारा भी ये तो इसदा आंसर क्या आऊगा कामरूप नामक जगह के उपर आया सी आंसर ना। अगे जी 32 नंबर क्वेश्चन देखते हैं की कहता है सिलहट आसाम के नेड़े जगह एक। तो सिलहट विखे गुरु नानक देव जी की मुलाकात किस प्रसिद्ध सूफी शेख दे नाल होई सीगी, ठीक है। तो इन्हां दी जिहड़ी मुलाकात हुई सीगी वो हुई सीगी शेख जलाल दे नाल। शेख जलाल दे नाल मिले सीगे ये, ठीक है जी। काफ़ी पहुँचे हुए पीर फकीर सीगे तो इन्हां दी मुलाकात हुई सी उत्थे। 32 का आंसर साडा आ जाऊगा 3। 33 नंबर क्वेश्चन देखते हैं की कहता है गुरु नानक देव जी ने श्रीलंका दे विच धर्म प्रचार के लिए किस अनुयायी नूं नियुक्त किया सी। बहुत सारे इतिहासकार मानते रहे भी गुरु नानक देव जी श्रीलंका भी गए सीगे, ठीक है। तो उन्होंने उस तो बाद उन्होंने धर्म प्रचार के लिए उत्थे अपना एक प्रचारक भी अपॉइंट किया सीगा, नियुक्त किया सीगा। तो कौन सी हुई झंडा बेदी, ठीक है। सानूं इतिहास दे विच सानूं नाम आंदा हैगा। तो झंडा बेदी की जिहड़ी नियुक्ति की गई सी वो धर्म प्रचार के लिए की गई सी गुरु नानक देव जी द्वारा। तो 33 का आंसर क्या आ जाऊगा साडा 3 आंसर आ जाऊगा इसदा। अगे जी 34 नंबर क्वेश्चन देखते हैं की कहता है गुरु नानक देव जी की यात्रा समय श्रीलंका का राजा कौन सी। श्रीलंका का राजा कौन सी जी। तो श्रीलंका का राजा सी जी शिवनाथ, ठीक है जी। शिवनाथ, ठीक है जी। वैसे सारे नाथ ही लिखे हुए हैं इतने, तो आंसर क्या होगा शिवनाथ आऊगा, ठीक है। अगे जी 35 नंबर क्वेश्चन देखते हैं की कहता पाकपटन काफ़ी पवित्र जगह है पाकपटन विखे गुरु नानक देव जी ने बाबा फरीद दे किस उत्तराधिकारी दे नाल मुलाकात जिहड़ी सी वो कीती सी, ठीक है जी। बाबा फरीद दे नाल जुड़िया होया हैगा स्थान है, बाबा फरीद दे नाल जुड़िया पाकपटन हैगा। तो इन्हां दी मुलाकात जिहड़ी हुई सीगी किहदे नाल हुई सी, शेख ब्रह्म दे नाल हुई सी, ठीक है जी। शेख ब्रह्म दे नाल हुई सीगी, ठीक है। तो ये उत्तराधिकारी सीगे शेख बाबा फरीद दे, ठीक है जी। तो 35 का आंसर क्या आएगा 4th नंबर डी आंसर आ जाएगा। 36 नंबर क्वेश्चन देखते हैं की कहता है गुरु नानक देव जी ने अपनी पहली उदासी किस दिशा दे विच आरंभ की सी। तो इन्होंने पहली उदासी जिहड़ी सी अपनी यह किस दिशा दे विच आरंभ की सीगी। तो यह गए सी बई तुहानूं पता ही है पूर्व तो हुंदे होए, मान लो इंडिया का नक्शा हैगा, ठीक है जी। तो यह पूर्व तो हुंदे हुए दक्षिण वाल गए सी। तो आंसर क्या होगा साडा जी पूर्व तो दक्षिण, ठीक है जी। तो पहली उदासी इन्हां दी किस दिशा वाल सीगी, वो पूर्व तो दक्षिण वाल सी। 37 नंबर क्वेश्चन ते आए ने देखते हैं की कहता है गुरु नानक देव जी ने अपनी दूसरी उदासी किस दिशा वाल आरंभ की सी, ठीक है। तो पहली उदासी अपनी पूर्व तो पश्चिम हुंदे हुए गए सी ये, ठीक है। तो इस तो बाद इन्होंने जी दूजी उदासी की अपनी नॉर्थ वाल की सी जी, ठीक है जी। उत्तर दिशा वाल की सी दूसरी उदासी, ठीक है। चलो अगे जी 38 नंबर क्वेश्चन देखते हैं वली कंधारी एक काफ़ी हंकारी व्यक्ति सीगा। ये हंकारी व्यक्ति ने गुरु जी को किस स्थान पर मारन की कोशिश की सी ते अजकल उत्थे गुरुद्वारा पंजा साहिब सुशोभित है, ठीक है। तो पता है तो कि जगह सी हसन अब्दाल, ठीक है जी। हसन अब्दाल नामक स्थान पर वली कंधारी नामक एक हंकारी व्यक्ति सीगा, उन्हें गुरु जी को मारन की कोशिश की सी, ठीक है जी। अगे 39 नंबर क्वेश्चन देखते हैं कि कहना जोगियां दे मुखी बालनाथ दे नाल गुरु जी का वाद विवाद होया सीगा, किस जगह पर होया सी बई ये। तो आंसर क्या होगा जी टिल्ला बाल गुदाई नामक स्थान पर बाबा बालक
ਬਾਲ ਨਾਥ ਦੇ ਨਾਲ ਇਹਨਾਂ ਦਾ ਵਾਦ ਵਿਵਾਦ ਹੋਇਆ ਸੀਗਾ। ਤਾਂ 39 ਦਾ ਆਨਸਰ ਕੀ ਆ ਜਾਊਗਾ ਸਾਡਾ ਜੀ, ਇਹ ਆ ਜਾਊਗਾ ਸਾਡਾ ਜੀ ਫਸਟ ਆਨਸਰ। ਅੱਗੇ ਦੇਖਦੇ ਹਾਂ ਜੀ 40 ਨੰਬਰ ਕੁਐਸਚਨ, ਦੇਖੋ ਕੀ ਕਹਿੰਦਾ ਹੈਗਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ ਕਿਸ ਦਿਸ਼ਾ ਦੇ ਵੱਲ ਆਰੰਭ ਕੀਤੀ ਸੀ? ਠੀਕ ਹੈ ਜੀ, ਹੁਣ ਨਾਰਥ ਵੱਲ ਵੀ ਜਾਇਆ ਇਹ, ਈਸਟ ਵੱਲ ਵੀ ਜਾਇਆ ਇਹ, ਸਾਊਥ ਵੱਲ ਵੀ ਜਾਏ, ਤੇ ਹੁਣ ਜਗ੍ਹਾ ਕਿਹੜੀ ਬਚ ਗਈ ਸਾਡੀ? ਵੈਸਟ ਬਚ ਗਈ। ਠੀਕ ਹੈ ਜੀ, ਤੇ ਵੈਸਟ ਵੀ ਕਿਹੜੀ ਬਚ ਗਈ? ਇਹਨਾਂ ਨੇ ਵੈਸਟ ਵੱਲ ਆਰੰਭ ਕੀਤੀ ਯਾਤਰਾ ਆਪਣੀ, ਤੇ ਵੈਸਟ ਵੱਲ ਵੀ ਇਹਨੇ ਜਿਹੜੇ ਪੱਛਮੀ ਦੇਸ਼ ਸੀਗੇ, ਠੀਕ ਹੈ, ਜਿਹੜੀ ਤੀਸਰੀ ਉਦਾਸੀ ਇਹਨਾਂ ਨੇ ਕੀਤੀ ਸੀ ਪੱਛਮੀ ਦੇਸ਼ਾਂ ਵੱਲ ਕੀਤੀ ਸੀਗੀ। ਠੀਕ ਹੈ, ਤਾਂ ਇਹਦਾ ਆਨਸਰ ਕੀ ਆ ਜਾਊਗਾ ਸਾਡਾ ਜੀ? 3 ਆਨਸਰ ਆ ਜਾਊਗਾ। ਠੀਕ ਹੈ ਜੀ, ਤਾਂ 40 ਦਾ ਆਨਸਰ ਸਾਡਾ ਕੀ ਆ ਗਿਆ ਜੀ? 3 ਆਨਸਰ ਆ ਗਿਆ। ਠੀਕ ਹੈ ਜੀ, ਤਾਂ ਇਹ ਸੀ ਤੁਹਾਡੇ ਬਈ ਟੌਪ 40 ਕੁਐਸਚਨ। ਠੀਕ ਹੈ, ਮੋਸਟ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਵਾਸਤੇ, ਡਾਇਰੈਕਟ ਐਗਜ਼ਾਮ 'ਚ ਤੁਹਾਨੂੰ ਪੁੱਛੇ ਜਾ ਸਕਦੇ ਨੇਗੇ। ਹੋਰ ਵੀ ਕੁਐਸਚਨ ਕਰ ਲਾਂਗੇ ਗੁਰੂ ਨਾਨਕ ਦੇਵ ਜੀ ਬਾਰੇ, 100-150 ਕੁਐਸਚਨ ਆਰਾਮ ਨਾਲ ਬਣ ਸਕਦਾ। ਠੀਕ ਹੈ ਜੀ, ਤਾਂ ਮੈਂ ਤੁਹਾਨੂੰ ਉਪਲਬਧ ਕਰਾ ਦੂੰਗਾ ਸਾਰੇ ਕੁਐਸਚਨ ਇਹ ਜਿੰਨੇ ਵੀ ਹੈਗੇ ਨੇ। ਠੀਕ ਹੈ, ਤੇ ਅੱਜ ਦੀ ਕਲਾਸ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਸਾਡੇ ਚੈਨਲ ਦੇ ਉੱਪਰ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਸਾਥੀ ਮਿੱਤਰ ਤੱਕ। ਠੀਕ ਹੈ ਜੀ, ਤੇ ਮਿਲਦੇ ਹਾਂ ਫਿਰ ਇੱਕ ਨਵੀਂ ਕਲਾਸ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ।